ਤੇ ਸਨ 1731 ਈਸਵੀ ਦੀ ਵਿਸਾਖੀ ਮਨਾਈ ਜਾਂਦੀ ਇਸ ਥਾਂ ਤੇ ਆ ਕੇ। ਪਹਾੜੀ ਰਾਜਿਆਂ ਦੇ ਭੇਜੇ ਹੋਏ ਪੰਮੇ ਪ੍ਰੋਹਤ ਨੇ ਸਤਿਗੁਰੂ ਜੀ ਨੂੰ ਸੱਦਾ ਪੱਤਰ ਦਿੰਦੇ ਹੋਏ ਬੇਨਤੀ ਕੀਤੀ, ਮਹਾਰਾਜ ਰਵਾਲਸਰ ਸਾਹਿਬ ਵਾਲੇ ਮਕਾਮ ਤੇ ਬਹੁਤ ਵੱਡੀ ਭਾਰੀ ਵਿਸਾਖੀ ਪੜਦੀ ਹੈ। ਆਪ ਜੀ ਐਤਕੀ ਪਹਾੜੀਆਂ ਦੇ ਨਾਲ ਆ ਕੇ ਇਸ ਥਾਂ ਤੇ ਵਿਸਾਖੀ ਮਨਾਇਆ। ਆਪ ਜੀ ਦਾ ਆਗਮਨ ਸੁਣ ਕੇ ਪਹਾੜੀ ਰਾਜੇ ਪਹੁੰਚ ਜਾਣਗੇ, ਗਿਲੇ ਸ਼ਿਕਵੇ ਦੂਰ, ਮੇਲ ਮਿਲਾਪ ਵਧੇਗਾ। ਇੱਥੇ ਤੱਕ ਵੀ ਮੈਨੂੰ ਕਹਿੰਦਾ ਉਮੀਦ ਆ ਵੀ ਆਪ ਜੀ ਦੇ ਚਰਨਾਂ ਦੀ ਸਿੱਖੀ ਧਾਰਨ ਕਰਨਗੇ, ਪਾਖੰਡ ਦੇ ਬੜੇ ਤਲਬ ਛਕਣ ਨੂੰ ਪਹਾੜੀ ਰਾਜੇ ਤਿਆਰ ਹੋਣਗੇ। ਦੂਸਰਾ ਇੱਥੇ ਇੱਕ ਬਹੁਤ ਵੱਡਾ ਸਰੋਵਰ ਹੈ, ਪੱਤਿਆਂ ਦੀ ਤਰ੍ਹਾਂ ਪੱਥਰ ਵੀ ਕਰਦੇ ਨੇ। ਗੁਰੂ ਕਾਲ ਦੇ ਸਮੇਂ ਵੀ ਪੱਥਰ ਕਰਦੇ ਸੀ ਸਰੋਵਰ ਦੇ ਵਿੱਚ ਜੀ। ਸੋ ਸਤਿਗੁਰੂ ਜੀ ਜਾਣਦੇ ਨੇ ਵੀ ਇਹਦੇ ਹਿਰਦੇ ਦੇ ਅੰਦਰ ਵੱਡਾ ਭਾਰੀ ਸ਼ਲ ਕਪਟ ਹੈ। ਕਿਸੇ ਨਾ ਕਿਸੇ ਨੀਅਤ ਦੇ ਨਾਲ ਸਾਨੂੰ ਇਹ ਇਸ ਥਾਂ ਤੇ ਬੁਲਾਉਣਾ ਚਾਹੁੰਦੇ ਨੇ। ਤੇ ਸਤਿਗੁਰੂ ਜਾਣਦੇ ਮੂੰਹ ਨਾਲ ਮਿੱਠਾ ਦਿਲ ਦਾ ਖੋਟਾ ਬੇਈਮਾਨ ਹੈ ਇਹ ਪੰਮਾ, ਜਿਹੜਾ ਅੱਗੇ ਵੀ ਇਹਨੇ ਕਈ ਵਾਰੀ ਲੜਾਈ ਕਰਵਾਈ ਸਿੱਖ ਅਤੇ ਪਹਾੜੀ ਰਾਜਿਆਂ ਦੀ। ਸੋ ਸਤਿਗੁਰੂ ਪਾਤਸ਼ਾਹ ਚੁੱਪ ਕਰ ਰਹੇ, ਪਰ ਪੂਰੇ ਪਰਿਵਾਰ ਦੇ ਜ਼ੋਰ ਦੇ ਨਾਲ ਕਹਿਣਗੇ ਮਹਾਰਾਜ ਜੀ ਨੇ ਸੱਦਾ ਪੱਤਰ ਸਵੀਕਾਰ ਕਰ ਲਿਆ, ਕਿਉਂਕਿ ਗੁਰੂ ਸਾਹਿਬ ਦੇ ਪਰਿਵਾਰ ਦੇ ਮੈਂਬਰ ਮਾਤਾ ਗੁਜਰ ਕੌਰ ਗੁਰੂ ਜੀ ਦੇ ਮਹਿਲਾਂ ਦੇ ਅੰਦਰ ਵੀ ਇਸ ਤੀਰਥ ਨੂੰ ਦੇਖਣ ਦੀ ਭਾਰੀ ਕਾਂਖਾ ਸੀ। ਤੀਰਥ ਦੀ ਬਾਬਤ ਉਹਨਾਂ ਨੇ ਵੀ ਬਾਣੀਆਂ ਕਹਾਣੀਆਂ ਸੁਣੀਆਂ ਸੀ, ਜਦੋਂ ਲੋਕ ਅਨੰਦਪੁਰ ਸਾਹਿਬ ਆਇਆ ਹੋ ਕੇ ਇਸ ਥਾਂ ਤੇ ਆਉਂਦੇ ਹੁੰਦੇ ਸੀ ਵਿਸਾਖੀ ਮਨਾਉਣ ਵਾਸਤੇ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਸਿੱਖਾਂ ਨੂੰ ਹਦਾਇਤ ਕਰਤੀ ਵੀ 500 ਘੋੜਸਵਾਰ ਸਿੰਘਾਂ ਦਾ ਜੱਥਾ ਵੀ ਤਿਆਰ ਕੀਤਾ ਜਾਵੇ, ਪੂਰੇ ਸ਼ਸਤਰ ਬਸਤਰ ਸਜਾ ਕੇ ਜਾਣਾ, ਐਨ ਚੌਕਸਾ ਰਹਿਣਾ, ਪਹਾੜੀ ਇਲਾਕੇ 'ਚ ਵਿਚਰਨਾ। ਪਿੱਛੋਂ ਰੰਗਜੀ ਵੀ ਫੌਜਾਂ ਘੱਲ ਸਕਦਾ, ਪਹਾੜੀ ਰਾਜੀ ਵੀ ਵਿਗੜ ਸਕਦੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਮਹਾਰਾਜ ਚਾਲਾ ਮਾਰਿਆ ਅਨੰਦਪੁਰ ਸਾਹਿਬ ਤੋਂ ਸਹਿਜੇ ਸਹਿਜੇ ਸਤਿਗੁਰੂ ਜੀ ਰਵਾਲਸਰ ਸਾਹਿਬ ਵਾਲੇ ਮਕਾਮ ਤੇ ਪੁੱਜ ਗਏ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਇਸ ਪਹਾੜੀ ਇਲਾਕੇ ਵਿੱਚ ਆਗਮਨ ਹੋਣ ਦੀਆਂ ਖਬਰਾਂ ਪੁੱਜ ਗਈਆਂ, ਫਿਰ ਇਹ ਪਹਾੜੀ ਰਾਜੇ ਵੀ ਆਪਣੀ ਰਾਣੀਆਂ ਹਲਕਾਰਾਂ ਸਮੇਤ ਇਸ ਸਥਾਨ ਤੇ ਪਹੁੰਚਣੇ ਸ਼ੁਰੂ ਹੋ ਗਏ। ਬਹੁਤ ਸੱਜ ਧੱਜ ਕੇ ਆਉਣ ਲੱਗੇ, ਕਿਉਂਕਿ ਮੇਲਾ ਸੀ ਵਿਸਾਖੀ ਦਾ, ਪੂਰੇ ਜ਼ੋਰ ਤੇ ਸੀ। ਇਸ ਲਈ ਸਤਿਗੁਰੂ ਪਾਤਸ਼ਾਹ ਵਾਸਤੇ ਜਗ੍ਹਾ ਮੁਕਰਰ ਕਰਕੇ ਇੱਥੇ ਹੀ ਮਹਾਰਾਜ ਦਾ ਡੇਰਾ ਵੀ, ਇੱਥੇ ਦੀਵਾਨ ਵੀ ਇੱਥੇ ਸਜਾਇਆ। ਥੜਾ ਸਾਹਿਬ ਵੀ ਉਦੋਂ ਵੀ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਚ। ਸੋ ਕਲਗੀਧਰ ਪਾਤਸ਼ਾਹ ਇਸ ਤਖਤ ਤੇ ਵਿਰਾਜਮਾਨ ਹੋਏ। ਬਹੁਤ ਲੰਮੀਆਂ ਵਿਚਾਰਾਂ ਮੀਟਿੰਗ ਦੇ ਵਿੱਚ ਔਰੰਗਜ਼ੇਬ ਦੇ ਜ਼ੁਲਮ ਖਿਲਾਫ ਚੱਲੀਆਂ। ਆਖਰ ਨਿਰਣਾ ਇਹੀ ਹੋਣਾ, ਇਹਨਾਂ ਦੀ ਬਦਕਿਸਮਤੀ ਸੀ, ਇਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਗੱਲ ਨਹੀਂ ਮੰਨੀ। ਸੋ ਗੁਰੂ ਪਾਤਸ਼ਾਹ ਜੀ ਨੇ ਦੇਖਿਆ ਵੀ ਬਹੁਤ ਡਰੇ ਹੋਏ ਸਹਿਮੇ ਹੋਏ ਨੇ, ਇਹਨਾਂ 'ਚ ਉੱਠਣ ਦੀ ਤਾਕਤ ਨਹੀਂ ਹੈ। ਸੋ ਮਹਾਰਾਜ ਜੀ ਨੇ ਅੰਮ੍ਰਿਤ ਦਾ ਵਾਟਾ ਤਿਆਰ ਕਰਿਆ, ਭਾਈ ਤੁਸੀਂ ਛਕੋ ਅੰਮ੍ਰਿਤ ਪਾਨ। ਕਹਿਣ ਲੱਗੇ ਸਤਿਗੁਰੂ ਜੀ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਪਰ ਸਾਡੀ ਸ਼ਰਤ ਹੈ ਜਿਸ ਵਾਟੇ ਵਿੱਚ ਤੁਸੀਂ ਅੰਮ੍ਰਿਤ ਤਿਆਰ ਕਰਦੇ ਹੋ ਇਹ 'ਚ ਬਖਰੇਵਾ ਪਾ ਦਿਓ, 2 ਵਾਟੇ ਅੰਮ੍ਰਿਤ ਦੇ ਤਿਆਰ ਕਰੋ, ਫਿਰ ਅਸੀਂ ਛਕਦੇ। ਸੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਅੰਮ੍ਰਿਤ ਵਿੱਚ ਕੋਈ ਬਖਰੇਵਾ ਨਹੀਂ ਪਾ ਸਕਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਸ਼ੁਰੂ ਤੋਂ ਹੀ ਮਾਨਸ ਕੀ ਜਾਤ ਸਭ ਵੇਖ ਕੇ ਪਹਿਚਾਣ ਲਈ। ਸੋ ਮਹਾਰਾਜ ਜੀ ਨੇ ਜਵਾਬ ਦੇਤਾ ਜੀ ਤੋਂ ਪਹਾੜੀ ਰਾਜੇ ਵਾਪਸ ਚਲੇ ਗਏ ਜੀ, ਇੱਕ ਇੱਕ ਕਰਕੇ ਵਧਾਈ ਲੈ ਕੇ। ਸਤਿਗੁਰੂ ਜੀ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਵਿਸਾਖੀ ਮਨਾਈ। ਨਰ ਤੇ ਨਾਰੀ ਬੜੇ ਖੁਸ਼ ਨੇ, ਕਿਉਂਕਿ ਪਹਿਲੀ ਵਾਰ ਕਿਸੇ ਖਾਸ ਵਰਨ ਆਸ਼ਰਮ ਦਾ ਸਰੂਪ ਤੱਕਣ ਨੂੰ ਮਿਲ ਰਿਹਾ ਹੈ। ਸੋ ਉਸ ਉਪਰੰਤ ਸਤਿਗੁਰੂ ਜੀ ਦੂਰ ਤੱਕ ਪਹਾੜਾਂ ਦੀ ਸੈਰ ਕਰਦੇ ਨੇ ਤੇ ਨਵੇਂ ਪਹਾੜ ਤੇ ਖਾਲਸੇ ਨੂੰ ਲੈ ਚੜ੍ਹਦੇ। ਇੱਥੇ ਤੋਂ 10 ਕਿਲੋਮੀਟਰ ਤੇ ਪਹਾੜ ਹੈ ਜੀ, ਮਾਲਵੀ ਪਰਬਤ ਹੈ ਸਾਹਮਣੇ ਦਿਖਾਈ ਦਿੰਦਾ। ਉਸ ਉੱਤੇ ਅੱਜ ਕੱਲ੍ਹ ਇੱਕ ਗੁਫਾ ਵੀ ਬਣੀ ਹੋਈ ਹੈ, ਕੁੰਤੀਸਰ ਸਰੋਵਰ ਹੈ ਵੱਡਾ, ਇਸ ਨੂੰ ਵੱਡੀ ਝੀਲ ਹੈ, ਇੱਕ ਨੈਣਾ ਮਾਤਾ ਦਾ ਟੈਂਪਲ ਵੀ ਹੈ ਉਸ ਸਥਾਨ ਦੇ ਉੱਤੇ। ਜਦੋਂ ਸਤਿਗੁਰੂ ਮਹਾਰਾਜ ਉਸ ਪਹਾੜ ਦੇ ਉੱਤੇ ਜਾ ਚੜ੍ਹੇ ਹੋਏ, ਉਸ ਸਮੇਂ ਜਦ ਸਿਖਰਲੀ ਚੋਟੀ ਤੇ ਪਹੁੰਚੇ, ਸੂਖਸ਼ਮ ਸਰੂਪ ਦੇ ਵਿੱਚ ਇੱਕ ਰੂਹ ਮਹਾਰਾਜ ਦੇ ਵੱਲ ਦੌੜ ਕੇ ਆਉਂਦੀ ਹੈ ਤੇ ਪਾਤਸ਼ਾਹ ਉਸ ਨੂੰ ਰੋਕਦੇ ਨੇ ਤੇ ਪੁੱਛਣ ਤੇ ਦੱਸਦਾ ਵੀ ਮਹਾਰਾਜ ਮੈਂ ਰੈਵਾ ਦਾ ਪੁੱਤਰ ਹਾਂ ਤੇ ਮੇਰਾ ਨਾਂ ਰਵਾਲ ਹੈ, ਵੀ ਗੰਧੀਲਾ ਜਾਤੀ ਦਾ ਨਾਮ ਸੀ। ਮੈਂ ਇਸ ਸਥਾਨ ਤੇ ਬਹੁਤ ਵੱਡਾ ਭਾਰੀ ਤਪ ਕੀਤਾ। ਤਪ ਕਰਦੇ ਆ ਬ੍ਰਹਮਾ ਜੀ ਖੁਸ਼ ਹੋਏ, ਪ੍ਰਗਟ ਹੋਏ, ਉਹਨਾਂ ਨੇ ਮੇਰੇ ਮਨ ਦੀ ਇੱਛਾ ਨੂੰ ਪੂਰਨ ਕੀਤਾ। ਸੋ ਮੈਨੂੰ ਇੱਥੇ ਪਹਾੜੀ ਇਲਾਕੇ ਦਾ ਰਾਜ ਬਖਸ਼ ਦਿੱਤਾ ਤੇ ਮੈਂ ਤੇ ਮੇਰੀ ਫੌਜ ਭਚੰਗ ਨਾ ਸੱਪ ਦਾ। ਸੋ ਗੁਰਮੁਖੋ ਆਮ ਭਾਸ਼ਾ 'ਚ ਕਹਿੰਦੀ ਵੀ ਸੱਪਾ ਨਾਗਾਂ ਨੇ ਇਸ ਧਰਤੀ ਤੇ ਬਹੁਤ ਸਮਾਂ ਰਾਜ ਕੀਤਾ। ਰਾਜ ਕਰਦੇ ਸਮਾਂ ਬਤੀਤ ਹੋਇਆ ਕਿਤੇ ਇਹਨਾਂ ਦਾ ਮੁੱਠ ਭੇੜ ਯਕਸ਼ ਜਾਤੀ ਦੇ ਨਾਲ ਹੋ ਗਿਆ। ਜੱਖਾਂ ਨੇ ਇਹ ਖਤਮ ਕਰਨੇ ਸ਼ੁਰੂ ਕਰ ਦਿੱਤੇ। ਇੱਕ ਅਜਿਹਾ ਹੱਲਾ ਹੋਇਆ ਜਿਹਦੇ ਵਿੱਚ ਇਹ ਰਵਾਲ ਸੀ ਖਤਮ ਹੋ ਗਿਆ। ਰਵਾਲ ਨੇ ਬੇਨਤੀ ਕੀਤੀ ਵੀ ਸਤਿਗੁਰੂ ਜਿਸ ਥਾਂ ਤੇ ਮੇਰਾ ਤਪ ਸੀ ਉਸੇ ਸਥਾਨ ਤੇ ਮੇਰਾ ਵੱਧ ਹੋਇਆ, ਤਾਂ ਕਰਕੇ ਇਸ ਤੀਰਥ ਦਾ ਨਾਮ ਮੇਰੇ ਨਾਂ ਤੇ ਰਵਾਲਸਰ ਹੋਇਆ। ਹੁਣ ਸਨਾਤਨ ਗ੍ਰੰਥਾਂ ਦੇ ਅੰਦਰ ਜਦੋਂ 68 ਤੀਰਥਾਂ ਦੀ ਗੱਲ ਚੱਲਦੀ ਆ, ਉਦੋਂ ਇੱਕ ਤੀਰਥ ਨਾਗ ਤੀਰਥ ਆਉਂਦਾ।
ਸੋ ਇਹ 68 ਤੀਰਥਾਂ ਦੇ ਵਿੱਚ ਵੀ ਸ਼ਾਮਲ ਹੈ। ਇਸ ਨੂੰ ਨਾਗ ਤੀਰਥ ਵੀ ਆਖਿਆ ਜਾਂਦਾ, ਨਾਗ ਨਾਲ ਰਵਾਲ ਦਾ ਜੀ ਨਾ। ਉਸਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ, ਜਦੋਂ ਤੱਕ ਨੇਹ ਕਲੰਕ ਅਵਤਾਰ ਨਹੀਂ ਉੱਠਦਾ ਉਦੋਂ ਤੱਕ ਮੈਂ ਸਥਾਨ ਤੇ ਬੈਠ ਕੇ ਤਪ ਕਰਾਂਗਾ। ਨੇਹ ਕਲੰਕ ਕਲਕੀ ਅਵਤਾਰ ਜਾਂ ਕਲਕੀ ਧਰ ਅਵਤਾਰ ਸੱਚੇ ਪਾਤਸ਼ਾਹ ਦੀ ਆਗਮਨ ਹੈ 100 ਸਾਖੀਆਂ ਦੇ ਮੁਤਾਬਕ। ਪਰ ਮਹਾਰਾਜ ਜਕਸ਼ ਹੁਣ ਸੂਖਸ਼ਮ ਸਰੂਪ ਤੇ ਵੀ ਹਮਲੇ ਕਰਦੇ ਨੇ। ਗੁਰਮੁਖ ਕਈ ਵਾਰ ਮਰ ਕੇ ਵੀ ਵੈਰ ਨਹੀਂ ਮਿਟਦਾ। ਪਹਿਲਾਂ ਸਥੂਲ ਸਰੀਰਾਂ 'ਚ ਜੰਗ ਹੁੰਦਾ ਹੈ, ਹੁਣ ਇਹ ਸੂਖਸ਼ਮ ਸਰੂਪਾਂ 'ਚ ਜੰਗ ਹੁੰਦਾ ਹੈ। ਸੋ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਬੁਲਾਇਆ, ਸਮਝਾਇਆ, ਦੋਨਾਂ ਦਾ ਮੇਲ ਮਿਲਾਪ ਕਰਵਾਇਆ। ਜਕਸ਼ ਵੀ ਕਹਿੰਦੇ ਸਤਿਗੁਰੂ 10 ਹਜ਼ਾਰੀ ਫੌਜ ਲੈ ਕੇ ਅਸੀਂ ਵੀ ਆਪੜਾਂਗੇ। ਇਹ ਕਹਿੰਦਾ ਵੀ ਮਹਾਰਾਜ ਉਦੋਂ ਤੱਕ ਮੇਰੀ ਜਿਹੜੀ ਗਿਣਤੀ ਆ ਭੁਜੰਗ ਦੀ ਕਰੋੜ ਸੈਨਾ ਹੁੰਦੀ ਹੈ। ਸੋ ਇਹਨੂੰ ਪੰਜਾਬ ਦੇ ਲੋਕ ਅਕਸਰ ਸੱਪਾ ਨਾਗਾ ਵਾਲਾ ਸਰੋਵਰ ਆਖਦੇ ਨੇ ਤੇ ਕਰੋੜ ਗਿਣਤੀ ਦੇ ਵਿੱਚ ਉਹਨਾਂ ਦੀ ਫੌਜ ਇਸ ਵਿੱਚ ਤਾਇਨਾਤ ਆ ਤੇ ਕੁਝ ਸਥੂਲ ਸਰੀਰਾਂ 'ਚ ਕੁਝ ਸੂਖਸ਼ਮ ਸਰੂਪ 'ਚ ਤਪ ਕਰ ਰਹੀ ਆ। ਆਉਣ ਵਾਲੇ ਸਮੇਂ ਦੀ ਤਿਆਰੀ ਹੁੰਦੀ ਹੈ। ਇੱਕ ਵਚਨ ਜੋ ਅੱਜ ਵੀ ਅਸੀਂ ਅੱਖਾਂ ਨਾਲ ਦੇਖਦੇ ਹਾਂ, ਰਵਾਲ ਨੇ ਕਹੇ ਸੀ ਵੀ ਮਹਾਰਾਜ ਇਸ ਸਥਾਨ ਤੇ ਕਦੇ ਵੀ ਕਿਸੇ ਕਿਸਮ ਦਾ ਵਾਧਾ ਨਹੀਂ ਕਰੇਗਾ। ਬੇਅੰਤ ਫੌਜਾਂ ਨਿਕਲਦੀਆਂ ਛੱਡਿਆ ਹੀ ਨੇ, ਪਰ ਕਿਸੇ ਕੱਟਣ ਦੱਸਣ ਦੀ ਸ਼ਿਕਾਇਤ ਨਹੀਂ ਆਈ। ਸੋ ਮਹਾਰਾਜ ਦੀ ਕਿਰਪਾ ਵਰਤਦੀ ਆ। ਇਸੇ ਤਰ੍ਹਾਂ ਸਤਿਗੁਰੂ ਜੀ ਉਹਨਾਂ ਦਾ ਮੇਲ ਮਿਲਾਪ ਕਰਵਾ ਕੇ ਦੋਨਾਂ ਦਾ ਆਪਸ ਵਿੱਚ ਸਮਝੌਤਾ ਕਰਵਾਇਆ। ਜਕਸ਼ ਨੂੰ ਕੁਬੇਰ ਦੇ ਕੋਲ ਭੇਜਤਾ। ਰਵਾਲ ਕਹਿੰਦਾ ਇੱਥੇ ਵਾਸਾ ਕਰਾਂਗਾ। ਸੋ ਸਾਰੀ ਵਾਰਤਾਲਾਪ ਕਰਕੇ ਸਤਿਗੁਰੂ ਜੀ ਥੱਲੇ ਆਏ। ਗੁਰਮੁਖੋ ਇਹ ਚੰਬੇ ਦੀ ਰਾਜਕੁਮਾਰੀ ਹੈ ਜਿਹੜੀ ਹਲੇ ਵਿਆਹੀ ਨਹੀਂ, ਕੁਵਾਰੀ ਹੈ। ਆਪ ਇੱਕ ਬਹੁਤ ਸੁੰਦਰ, ਆਪ ਵੀ ਕਵਿਤਾ ਵੀ ਬਹੁਤ ਸੁੰਦਰ ਰਚਦੀ ਹੈ। ਅਕਸਰ ਕਵੀਆਂ ਨੂੰ ਪਤਾ ਹੁੰਦਾ ਦੂਸਰੇ ਕਵੀ ਬਾਰੇ। ਸੋ ਇਹਨੂੰ ਵੀ ਪਤਾ ਹੈ ਕਲਗੀਧਰ ਸਵਾਮੀ ਜੀ ਵੀ ਬਹੁਤ ਵੱਡੇ ਕਵੀ ਨੇ। ਅਕਸਰ ਸਤਿਗੁਰੂ ਦੀ ਇਹਨੇ ਬਾਣੀ ਵੀ ਕਈ ਵਾਰ ਪੜ੍ਹੀ ਸੁਣੀ। ਇਹਦੇ ਆਪਣੇ ਪਿਤਾ ਤੋਂ ਵੀ ਗੁਰੂ ਸਾਹਿਬ ਦੀ ਪ੍ਰਸ਼ੰਸਾ ਸੁਣੀ ਸੀ ਜਦੋਂ ਮਹਾਰਾਜ ਕੋਲ ਵਿਸਾਖੀ ਮਨਾਉਣ ਵਾਸਤੇ ਆਇਆ ਸੀ ਰਵਾਲ ਸਰ। ਸੋ ਉਸਨੇ ਦੱਸਿਆ ਜਾ ਕੇ ਕਲਗੀਧਰ ਮਹਾਰਾਜ ਸਵਰੂਪ, ਖਾਲਸੇ ਦਾ ਸਵਰੂਪ, ਉਹਨਾਂ ਦੀਆਂ ਗੱਲਾਂ ਕਰਨੀਆਂ, ਕਥਨੀਆਂ, ਇਸ ਦੇ ਮਨ ਤੇ ਬੜਾ ਅਸਰ ਹੋਇਆ। ਸੋ ਦਰਸ਼ਨ ਵੀ ਇਸਨੇ ਜ਼ਰੂਰ ਕਰਨੇ ਨੇ, ਪਰ ਮਨ ਦੇ ਵਿੱਚ ਸਵਾਲ ਉੱਠਦਾ ਵੀ ਪਹਿਲਾਂ ਜੇ ਗੁਰੂ ਕਲਗੀਧਰ ਵਾਕਈ ਕਵੀ ਨੇ ਫਿਰ ਪ੍ਰੀਖਿਆ ਕਿਉਂ ਨਾ ਕਰ ਲਈ ਜਾਵੇ। ਸੋ ਇਸਨੇ ਆਪਣੇ ਪਿਤਾ ਤੋਂ ਆਗਿਆ ਲੈ ਕੇ ਇੱਕ ਖੱਤ ਲਿਖਿਆ ਸਤਿਗੁਰੂ ਮਹਾਰਾਜ ਨੂੰ। ਖੱਤ ਦੇ ਵਿੱਚ ਇਹਨੇ ਆਪਣੀ ਦਾਸੀਆਂ ਨੂੰ ਸਿਖਾ ਕੇ ਭੇਜਿਆ ਵੀ ਗੁਰੂ ਪਾਤਸ਼ਾਹ ਤੋਂ ਸਵਾਲਾਂ ਦੇ ਜਵਾਬ ਕਵਿਤਾ ਰੂਪ ਵਿੱਚ ਲੈ ਕੇ ਆਉਣੇ। ਆਪ ਹੀ ਨੇ ਕਵਿਤਾ ਰੂਪ ਵਿੱਚ ਖੱਤ ਲਿਖਿਆ। ਜਦੋਂ ਕਲਗੀਧਰ ਸਵਾਮੀ ਜੀ ਨੇ ਇਸ ਦਾ ਖੱਤ ਪੜ੍ਹਿਆ, ਇਸਨੇ ਲਿਖਿਆ ਬਚਨ ਸਾਰਾ ਪਾਉਣਾ, ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ, ਕੁਛ ਖਾਧਾ ਕੁਛ ਲੈ ਕੇ ਸੌਣਾ, ਦਿਓ ਉੱਤਰ ਗੁਰੂ ਜੀ ਕੌਣਾ। ਕਹਿਣ ਲੱਗੀ ਦੱਸੋ ਖਾਂ ਗੁਰੂ ਜੀ ਆ ਸਾਰਾ ਕੌਣ ਹੈ, ਸਾਰੇ ਤੋਂ ਭਾਵ ਸੰਪੂਰਨ, ਤੇ ਪਾਉਣਾ ਕੌਣ ਹੈ, ਦੂਜਾ ਗਾਉਣਾ ਕੀ ਹੈ, ਨਰ ਤੇ ਨਾਰੀ ਕਿਉਂ ਪਾਉਂਦੇ ਨੇ, ਇਹ ਵੀ ਦੱਸੋ ਖਾਂ ਗੁਰੂ ਜੀ। ਕੀ ਖਾਣਾ ਹੈ ਤੇ ਕੀ ਲੈ ਕੇ ਸੌਣਾ ਹੈ। ਇਹਨਾਂ ਗੱਲਾਂ ਦਾ ਮੈਨੂੰ ਉੱਤਰ ਚਾਹੀਦਾ। ਇਹ ਸਾਰੇ ਸਵਾਲ ਹੀ ਲਿਖੇ ਨੇ ਇਸਨੇ ਆਪਣੀ ਕਵਿਤਾ ਦੇ ਵਿੱਚ। ਸੋ ਸਤਿਗੁਰੂ ਕਲਗੀਧਰ ਮਹਾਰਾਜ ਜਿੱਥੇ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਸਰਮੌਰ ਨੇ, ਉੱਥੇ ਕਵਿਤਾ ਦੇ ਵਿੱਚ ਵੀ ਮਹਾਰਾਜ ਕਵੀ ਦੇ ਰੂਪ ਵਿੱਚ ਵੀ ਸਭ ਤੋਂ ਸੋਹਣੀ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦਾ ਉੱਤਰ ਲਿਖਿਆ ਜਾਣੋ ਸਾਰਾ ਦੇਵ ਦੇਹ, ਪਾਉਣਾ ਮਾਨਸ ਦੇਹ, ਦੁਬਦਾ ਤੁਜੀ ਕਰੀ ਗਵਣ, ਨਰ ਨਾਰੀ ਲਗ ਹੋਏ ਖੇਹ, ਉੱਭੇ ਲੋਕ ਭਾਉਂਦਾ ਫਿਰੇ, ਕੁਛ ਖਾਧਾ ਖਰਚ ਜੋ ਮਾਲ, ਪਰ ਲੋ ਭਈ ਤੋਂ ਸੋਣਾ ਹੁਆ ਉੱਤਰ ਤੁਮਰਾ ਵਾਰ। ਹੇ ਬਾਲਕਾ, ਹੈ ਰਾਜਕੁਮਾਰੀ, ਜਿਹੜਾ ਦੇਹ ਦੇ ਵਿੱਚ ਦੇਵਤਾ ਜਿਸ ਨੂੰ ਅਸੀਂ ਆਤਮਾ ਆਖਦੇ ਹਾਂ ਗੁਰਮੁਖ, ਸਤਿਗੁਰੂ ਜੀ ਕਹਿੰਦੇ ਸੰਪੂਰਨ ਆ। ਦੁੱਖ ਸੁੱਖ ਹਰਖ ਸੋ ਗਰੀਬੀ ਮੇਰੀ ਸਰੀਰ ਦੇ ਨਾਲ ਆ, ਬਲਕਿ ਆਤਮਾ ਦੇ ਨਾਲ ਨਹੀਂ। ਆਤਮਾ ਨਾ ਜੰਮਦਾ ਨਾ ਮਰਦਾ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸਰੀਰ ਮੰਨੀ ਬੈਠੇ ਉਦੋਂ ਤੱਕ ਦੁੱਖ 'ਚ ਆ। ਜਦੋਂ ਅਸੀਂ ਆਪਣੇ ਆਪ ਨੂੰ ਆਤਮਾ ਮੰਨ ਲਿਆ ਕੁਦਰਤੀ ਤੌਰ 'ਤੇ ਸੁੱਖ 'ਚ ਆ, ਕਿਉਂਕਿ ਆਤਮਾ ਨਾ ਜੰਮਦਾ ਨਾ ਮਰਦਾ। ਇਸ ਲਈ ਅਸੀਂ ਵੀ ਨਹੀਂ ਮਰਦੇ ਜੰਮਦੇ। ਸੋ ਸਤਿਗੁਰੂ ਜੀ ਕਹਿੰਦੇ ਆਤਮਾ ਸੰਪੂਰਨ ਆ, ਮਨੁੱਖ ਦੇਹੀ ਪਾਉਣੀ ਆਤਮਾ ਦੀ ਸ਼ਕਤੀ ਦੇ ਨਾਲ ਚੱਲ ਰਹੀ ਹੈ। ਦੂਜਾ ਗਾਉਣਾ ਦੁਬਦਾ ਜੀਵਾਂ ਦੇ ਅੰਦਰ ਭਰਮਾਂ ਹੋਸ ਦੇ ਪਿਆਰ ਦੇ ਨਾਲ ਜੁੜੇ ਹੋਏ ਨੇ, ਵਾਸ਼ਨਾ ਵਧੇ ਜਨਮ ਲੈ ਰਹੇ ਨੇ। ਉੱਭੇ ਲੋਕ ਪਾਉਂਦਾ ਫਿਰੇ, ਲੋਕਾਂ ਪਰ ਲੋਕਾਂ ਦੇ ਵਿੱਚ ਜੀਵ ਘੁਮਾਇਆ ਜਾਂਦਾ। ਪੂਰਬਲੇ ਕਰਮ ਖਾਣ ਵਾਸਤੇ ਧਰਤੀ ਤੇ ਆਉਂਦਾ ਹੈ ਤੇ ਪਰ ਲੋ ਭਈ ਤੋਂ ਸੋਹਣਾ ਹੋਊਗਾ ਉੱਤਰ ਤੁਮਰਾ ਵਾਲ। ਜਦੋਂ ਸਰੀਰ ਬਿਨਸ ਜਾਂਦਾ ਸਤਿਗੁਰੂ ਜੀ ਕਹਿੰਦੇ ਉਦੋਂ ਜੀਵ ਆਪਣੇ ਨਾਲ ਸੰਚਿਤ ਕਰਮ ਲੈ ਕੇ ਸੌ ਜਾਂਦਾ ਹੈ। ਸਵਾਲਾਂ ਦੇ ਜਵਾਬ ਸੁਣੇ ਬੜੀ ਪ੍ਰਸੰਨ। ਫਿਰ ਇੱਕ ਖੱਤ ਜੋ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿੱਚ ਲਿਖਿਆ, ਇਸਨੇ ਕੁਝ ਚੰਦ ਲੈਣਾ ਸਤਿਗੁਰੂ ਜੀ ਦੇ ਪਰਥਾਏ ਲਿਖੀਆਂ। ਕਹਿੰਦੀ ਨਕਸ਼ਾ ਖਿੱਚਣ ਹਾਰਿਆ ਕਿ ਨਕਸ਼ਾ ਵਾਇਆ ਈ, ਇਸ ਬਿੰਗ ਤੜੰਗੇ ਨਕਸ਼ੇ ਵਿੱਚ ਕਿਉਂ ਸਾਨੂੰ ਪਾਇਆ ਈ। ਤੇ ਸਤਿਗੁਰੂ ਜੀ ਲਿਖਦੇ ਨੇ ਨਕਸ਼ਾ ਖਿੱਚਣ ਹਾਰ ਨੇ ਕਿਆ ਨਕਸ਼ਾ ਵਾਇਆ ਏ, ਇਸ ਬਿੰਗ ਤੜੰਗੇ ਨਕਸ਼ੇ ਵਿੱਚ ਰੰਗ ਗੈਰਤ ਦਾ ਪਾਇਆ। ਵੀ ਜੀਵਾਂ ਦੇ ਬੁਝਾਰਤ ਪਾਤੀ ਹੈ ਪਰਮਾਤਮਾ ਨੇ, ਬੁੱਝ ਕੇ ਵੀ ਨਹੀਂ ਬੁੱਝ ਸਕਦੇ ਅਸੀਂ,
ਕਿਉਂਕਿ ਸੰਸਾਰ ਨੂੰ ਰਚਨਾ ਹੀ ਇਦਾਂ ਦੀ ਬਣਾਈ ਹੈ, ਆਵਾਗਣਕ ਸੰਸਾਰ ਨੂੰ ਰਚਨਾ ਹੈ, ਹੋਰ ਫੈਲਾਅ ਕਰਨਾ ਪ੍ਰਮਾਤਮਾ ਨੇ ਸੰਸਾਰ ਦਾ। ਤਾਂ ਕਰਕੇ ਦਿਨ ਪਰ ਦਿਨ ਵੱਧ ਰਹੀ ਹੈ ਆਬਾਦੀ ਵੀ, ਸੰਸਾਰ ਦੀ ਰਚਨਾ ਵੀ। ਪਹਿਲਾਂ ਮਨੁੱਖ ਇੱਥੇ ਤੱਕ ਸੀਮਤ ਸੀ, ਹੁਣ ਅੱਗੇ ਪਹੁੰਚ ਗਿਆ, ਅੱਗੇ ਤੋਂ ਫਿਰ ਅੱਗੇ ਪਹੁੰਚ ਜਾਣਾ ਜਿੱਥੇ ਤੱਕ ਧਰਤੀ ਪਈ ਹੈ, ਹੋਰ ਫਿਰ ਚੰਦਰਮਾ ਤੇ ਸੂਰਜ ਤੇ ਇਸ ਤਰ੍ਹਾਂ ਫੈਲਾਅ ਹੋਈ ਜਾ ਰਿਹਾ। ਸੋ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਸਾਰੇ ਜਦੋਂ ਸਵਾਲਾਂ ਦੇ ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ ਦੇ ਦਰਸ਼ਨ ਕੀਤੇ, ਸ਼ਬਦਾਂ ਦੇ ਗਿਆਨ ਰਾਹੀਂ ਗੁਰੂ ਪਾਤਸ਼ਾਹ ਦੀ ਇੱਕ ਤਰ੍ਹਾਂ ਦੀ ਬਾਣੀ ਉਹ ਸੀ ਜੋ ਮਹਾਰਾਜ ਜੀ ਨੇ ਖੱਤ ਲਿਖਿਆ ਸੀ। ਸੋ ਵੱਡੀ ਭਾਰੀ ਕਾਂਖਾ ਮਨ ਦੇ ਵਿੱਚ ਆਈ, ਸਤਿਗੁਰਾਂ ਦੇ ਦਰਸ਼ਨ ਦੀ ਪ੍ਰਤੀਤ ਵੱਧ ਗਈ। ਇੱਕ ਜੀਵਨ ਦਾ ਲਕਸ਼, ਕਿਉਂਕਿ ਗਿਆਨ ਤੇ ਵਿਰਾਗ ਅਕਸਰ ਬਹੁਤ ਜਲਦੀ ਲੱਗਦਾ, ਜੋ ਕਹਾਣੀਆਂ ਬਾਣੀਆਂ ਸੁਣਦੇ ਨੇ ਉਹਨਾਂ ਨੂੰ, ਤੇ ਮਨ ਸੰਸਾਰ ਤੋਂ ਉਪਰਾਮ ਹੋ ਜਾਂਦਾ ਹੈ। ਇਸ ਦਾ ਮਨ ਪਹਿਲੀ ਉਪਰਾਮ ਸੀ, ਗਿਆਨ ਤੇ ਵਿਰਾਗ ਦੀ ਕਣਕ ਪਹਿਲਾਂ ਹੀ ਲੱਗੀ ਹੋਈ ਸੀ। ਸੋ ਇਹ ਵੀ ਵੱਡੀ ਭਾਰੀ ਕਾਂਖਾ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਦੀ ਚੰਬੇ ਤੋਂ ਚੱਲੀ, ਪਰ ਨਿਰਅਭਿਮਾਨ ਹੋ ਕੇ ਦਾਸੀਆਂ ਵਾਲਾ ਸਰੂਪ ਧਾਰਨ ਕਰ ਲਿਆ, ਨਾਲ ਕੋ ਸਾਥਾਂ ਲੈ ਲਈਆਂ, ਬੜੀ ਜਲਦੀ ਤੇ ਨਾਲ ਰਵਾਸਰ ਪੁੱਜ ਗਈ। ਜਦੋਂ ਕਲਗੀਧਰ ਮਹਾਰਾਜ ਜੀ ਦੇ ਸੁੰਦਰ ਸਰੂਪ ਦੇ ਇਸਨੇ ਦਰਸ਼ਨ ਕੀਤੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਰਾ ਮਤ। ਜਿਸ ਤਰ੍ਹਾਂ ਕੋਈ ਪੱਥਰ ਦੀ ਮੂਰਤੀ ਹੁੰਦੀ ਹੈ ਹੋਏ, ਇਸੇ ਤਰ੍ਹਾਂ ਹੋ ਗਈ। ਨਕਮਸਤਕ ਹੋਣ ਵੇਲੇ ਸਤਿਗੁਰੂ ਜੀ ਨੇ ਇਸ ਨੂੰ ਆਪਣੇ ਕਮਾਣ ਦੇ ਨਾਲ ਆਸ਼ੀਰਵਾਦ ਦਿੱਤਾ, ਸ਼ਾਸਤਰ ਦੇ ਨਾਲ ਭਾਵ ਕਮਰ ਦੇ ਰੱਖ ਕੇ ਫਿਰ ਕਮਾਣ ਚੁੱਕ ਲਈ। ਪਰ ਅੱਗੋਂ ਇੰਨੀ ਹੁਸ਼ਿਆਰ ਬੁੱਧੀ ਸੀ, ਕਹਿਣ ਲੱਗੀ ਵੀ ਸਤਿਗੁਰੂ ਆਪ ਜੀ ਨੇ ਮੈਨੂੰ ਆਪਣੇ ਦਸਤ ਕਬਲਾ ਹੱਥਾਂ ਦੇ ਨਾਲ ਨਹੀਂ ਆਸ਼ੀਰਵਾਦ ਦਿੱਤਾ, ਮੇਰੇ ਤੋਂ ਕੀ ਭੁੱਲ ਹੋ ਗਈ, ਮੈਂ ਤਾਂ ਆਪ ਜੀ ਦੇ ਘਰ ਦੀ ਦਾਸੀ ਹੋ ਕੇ ਆਈ ਸਾਂ। ਸੋ ਸਤਿਗੁਰੂ ਜੀ ਕਹਿਣ ਲੱਗੀ, ਬਾਲਕਾ ਰਾਜਕੁਮਾਰੀ, ਤੈਨੂੰ ਆਪਣਾ ਜਾਣ ਕੇ ਤੇਰਾ ਸਤਿਕਾਰ ਸ਼ਾਸਤਰ ਦੇ ਨਾਲ ਕੀਤਾ, ਕਿਉਂਕਿ ਤੁਸੀਂ ਛਤਰੀ ਹੋ, ਰਾਜਪੂਤ ਹੋ, ਤੇ ਸਾਡੇ ਸ਼ਾਸਤਰ ਵੀ ਛਤਰੀ ਨੇ, ਆਏ ਦੀ ਸ਼ਰਨ ਪਾਲਕ, ਲੱਜ ਪੱਤਰ ਰੱਖਣ ਵਾਲੇ ਨੇ। ਜਿਸ ਤਰ੍ਹਾਂ ਬਿੱਲੀ ਦੇ ਦੰਦ ਚੂਹਿਆਂ ਵਾਸਤੇ ਸ਼ਾਮਤ ਲਿਆ ਦਿੰਦੇ ਨੇ, ਪਰ ਆਪਣੇ ਬੱਚਿਆਂ ਨੂੰ ਪਾਲਦੀ ਆ, ਸਤਿਗੁਰੂ ਜੀ ਕਹਿੰਦੇ ਸਾਡੇ ਸ਼ਾਸਤਰ ਵੀ ਉਹਨਾਂ ਦੰਦਾਂ ਦੀ ਨਿਆਈ ਨੇ। ਵੀ ਬਾਲਕ ਜੋ ਮਨ ਦੇ ਵਿੱਚ ਬਹੁਤ ਵੱਡੀ ਸੱਧਰ ਲੈ ਕੇ ਆਈ ਹੈ, ਇਸ ਨੂੰ ਹਜੇ ਸਮਾਂ ਲੱਗਣਾ ਸੰਪੂਰਨ ਹੋਣ ਦਾ। ਇਹ ਫਿਰ ਡਰ ਗਈ, ਕਹਿਣ ਲੱਗੀ ਸਤਿਗੁਰੂ ਜੀ ਉਹ ਸਮਾਂ, ਸਵਾਸ, ਸਥਾਨ ਜੋ ਵੀ ਆਪ ਜੀ ਨੇ ਬਖਸ਼ਿਸ਼ ਕੀਤਾ, ਕਿਰਪਾ ਕਰਕੇ ਇਸ ਬਾਰੇ ਵੀ ਗਿਆਤ ਕਰਵਾਓ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਾਲਕਾ ਮਾਲਵੇ ਦੇਸ਼ ਦੀ ਧਰਤੀ, ਭਾਈ ਡੱਲੇ ਬਰਾੜ ਦਾ ਘਰ, ਔਰ ਗੁਰਸਿੱਖੀ ਦੀ ਰੰਗਣ ਚ ਰੰਗਿਆ ਪਰਿਵਾਰ ਹੋਵੇਗਾ, ਉਦੋਂ ਅਸੀਂ ਛਕਾਵਾਂਗੇ ਤੈਨੂੰ ਖੰਡੇ ਬਾਟੇ ਦੀ ਬਹੁਤ ਅੱਥੀ ਛਕਾਵਾਂਗੇ। ਸੋ ਸਤਿਗੁਰ ਤੋਂ ਵੀ ਜਤ ਸਤ ਸੰਜਮ ਦੀ ਵਿਧੀ ਮਹਾਰਾਜ ਦੇ ਅੱਗੇ ਮਨ ਦਾ ਸੰਕਲਪ ਰੱਖਿਆ। ਪਾਤਸ਼ਾਹ ਜੋ ਵੀ ਤਕਰੀਬਨ ਜਿੰਨਾ ਕੁ ਸਮਾਂ ਹੁਣ ਵਿਆਹ ਤੋਂ ਬਿਨਾਂ ਹੀ ਸਵਾਸਾਂ ਤੱਕ ਆਪ ਜੀ ਬਖਸ਼ਿਸ਼ ਕਰਦੇ ਹੋ, ਮਨ ਜਿਹੜਾ ਸਿਮਰਨ ਦੇ ਨਾਲ ਜੁੜ ਜਾਵੇ। ਸੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਇੱਥੇ ਅਨੇਕਾਂ ਕੁੱਤ ਕਰਦੇ, 1 ਮਹੀਨਾ 2 ਮਹੀਨਾ ਰਹਿ ਕੇ ਵਾਪਸ ਅਨੰਦਪੁਰ ਸਾਹਿਬ ਚਾਲਾ ਮਾਰਨਾ ਸੀ। ਪਰ ਮੰਡੀ ਵਾਲੇ ਰਾਜੇ ਸਿੱਧ ਸੈਨ ਨੇ ਜਦੋਂ ਸਨੇਮਰ ਭਾਵ ਦੇ ਨਾਲ ਅਥਾਹ ਵਿਰਾਗ ਰੱਖ ਕੇ ਬੇਨਤੀ ਕੀਤੀ, ਸਤਿਗੁਰੂ ਜੀ ਨੇ ਸੱਦਾ ਪੱਤਰ ਸਵੀਕਾਰ ਕਰ ਲਿਆ। ਇੱਕ ਪਾਲਕੀ ਬਹੁਤ ਸੁੰਦਰ ਸੋਹਣਾ ਚਾਂਦੀ ਲਾ ਕੇ ਰਾਜਾ ਲੈ ਕੇ ਆਇਆ, ਵਿੱਚ ਸਤਿਗੁਰੂ ਜੀ ਬਿਰਾਜਮਾਨ ਹੋਏ। ਰਾਜੇ ਦੇ ਪੁੱਤਰਾਂ ਨੇ ਆਪ ਪਾਲਕੀ ਨੂੰ ਮੋਢਾ ਲਾ ਕੇ ਜਦੋਂ ਚੁੱਕਣ ਲੱਗੇ, ਇੱਥੇ ਵੀ ਰਾਜੇ ਦੇ ਮਨ ਦੀ ਸੱਧਰ ਅਸੀਂ ਸੰਪੂਰਨ ਕੀਤੀ। ਸਤਿਗੁਰੂ ਜੀ ਨੇ ਜਿਹੜੀ ਪਾਲਕੀ ਸੀ ਗੁਰਮੁਖ ਸਵਾ ਗਿੱਠ ਪਾਲਕੀ ਉੱਪਰ ਹੋ ਗਈ ਰਾਜੇ ਦੇ ਪੁੱਤਰਾਂ ਦੇ ਮੋਢਿਆਂ ਤੋਂ। ਇਹ ਸਤਿਗੁਰੂ ਜੀ ਦਾ ਕੌਤਕ 6 ਮਹੀਨੇ 18 ਦਿਨ ਗੁਰੂ ਪਾਤਸ਼ਾਹ ਸਥਾਨ ਤੇ ਰਹੇ। ਬਾਕੀ ਦੀ ਸੇਵਾ ਵੀ ਇਹਨਾਂ ਦੇ ਪਰਿਵਾਰ ਨੂੰ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਨੇ। 5ਵੀਂ ਪੀੜ੍ਹੀ ਦੇ ਰਾਜੇ ਜੋਗਿੰਦਰ ਸਾਹਿਬ ਨੂੰ ਇਹ ਤੋਂ ਸਤਿਗੁਰੂ ਜੀ ਨੇ ਆਹ ਸੇਵਾ ਲਈ ਦਰਬਾਰ ਸਾਹਿਬ ਬਣਾਇਆ। ਉਸਨੇ ਉਹਦੀ ਰਾਣੀ ਦੀ ਵੀ ਬਹੁਤ ਵੱਡੇ ਭਾਗ ਸੀ ਬੀਬੀ ਅਮਰਤਾ ਕੌਰ ਦੇ। ਸੋ ਉਹ ਵੀ ਸਵਸਥ ਮੰਤਰੀ ਦੇਸ਼ ਦੀ ਰਹੀ। ਹੋਰ ਵੀ ਬਹੁਤ ਵੱਡੇ ਪਰਉਪਕਾਰ ਉਹਨੇ ਆਪਣੇ ਜੀਵਨ ਕਾਲ 'ਚ ਕੀਤੇ, ਜੋ ਕਪੂਰਥਲੇ ਰਾਜੇ ਦੀ ਲੜਕੀ ਸੀ। ਸੋ ਇਸੇ ਤਰ੍ਹਾਂ 1984 ਤੋਂ ਫਿਰ ਬਾਕੀ ਦੀ ਸੇਵਾ ਮਹਾਂਪੁਰਸ਼ ਬੜੇ ਤਕੜੇ ਹੋ ਕੇ ਸਥਾਨਾਂ 'ਤੇ ਸੇਵਾਵਾਂ ਨਿਭਾ ਰਹੇ ਨੇ। ਸੰਗਤਾਂ ਦੇ ਸਹਿਯੋਗ ਨਾਲ ਮਾਰ ਕਿਰਪਾ ਕਰਨ ਆਪ ਜੀ ਦੀ ਯਾਤਰਾ ਤਿਲ ਫੁੱਲ ਘਟਾਵਾਂ ਬੇਅੰਤ ਗੱਫੇਦਾਰ ਪ੍ਰਵਾਨ ਕਰਨ ਵਾਸਤੇ ਪਿੰਡ ਸਹਾਇਤਾ ਕਰਨ। ਉਹ ਲੰਗਰ ਤਪ ਦੇ ਡੇਰੇ ਬਾਤੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ